ਵਿਧਾਨ ਸਭਾ ਚ ਮੇਰੇ ਗੈਟ ਦੇ ਉੱਤੇ ਵੈਸੇ ਮੈਂ ਤੁਹਾਨੂੰ ਇੱਕ ਪੰਜਾਬੀ ਇੱਕ ਮਿੰਟ ਤੁਸੀਂ ਬਣਾਏ ਪਿੱਛੇ ਗਲਾਜੀ ਬਹੁਤ ਵਧੀਆ ਭਰਾ ਸਾਡਾ ਐਡੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਿੱਛੇ ਬੂਟਾ ਸਿੰਘ ਪਿੱਛੇ ਮੇਰਾ ਪਹਿਲਾ ਸਵਾਲ ਆ ਜੀ ਗੈਟ ਕਿਸਾਨਾਂ ਦੇ ਖਿਲਾਫ ਆ ਤੇ ਸਾਈਨ ਕਿਹਨੇ ਕੀਤੇ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਗੈਟ ਤੇ ਸਾਈਨ ਕਿਹੜੇ ਸਾਲ ਹੋਏ ਤੇ ਗੈਟ ਕਿਦੋਂ ਆਇਆ ਸਾਰੇ ਕਿਉਂ ਬੋਲਦੇ ਜਦੋਂ ਤੁਸੀਂ ਗੱਲ ਕਰ ਲਓ ਜਨਵਰੀ 1995 ਚ ਆਇਆ ਹਾਂਜੀ ਸੋ ਮੇਰੀ ਤੁਹਾਨੂੰ ਬੇਨਤੀ ਹੈ ਜਦੋਂ ਜਨਵਰੀ 1995 ਦੀ ਜਿਹੜੀ ਤੁਸੀਂ ਗੱਲ ਕਰਦੇ ਆ ਉਦੋਂ ਮੈਂ ਮਾਤਰ 14 ਸਾਲ ਦਾ ਸੀ ਮੈਨੂੰ ਇਸ ਬਾਰੇ ਅੰਡਰ ਵਧੀਆ ਸਵਾਲ ਆ ਕਹਿੰਦਾ ਮੈਨੂੰ ਨਹੀਂ ਪਤਾ ਸੀ ਰਾਜਾ ਸਾਹਿਬ ਮੈਨੂੰ ਗੈਟ ਬਾਰੇ ਆਈ ਡੋਂਟ ਹੈਵ ਜੇ ਜਿੰਨਾ ਚਿਰ ਪੜੂੰਗਾ ਨਹੀਂ ਹਾਂ ਕਿਉਂਕਿ ਗੈਟ ਦੇ ਵਿੱਚ ਕੀ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਜਾਂ ਨਾ ਸਹਿਮਤ ਨਹੀਂ ਹੋ ਸਕਦਾ ਮੈਂ ਇੱਕ ਮਿੰਟ ਤੁਸੀਂ ਰਾਜਾ ਜੀ ਖੜ ਜਾਓ ਮੈਨੂੰ ਸਵਾਲ ਪੂਰਾ ਕਰਨਾ ਵੀਰ ਜੀ ਤੁਸੀਂ ਉਦੋਂ ਛੋਟੇ ਸੀ ਬਾਅਦ ਚ ਸਿਆਸਤ ਦੇ ਵਿੱਚ ਆਏ ਹੋ ਉਹ ਪਾਰਟੀ ਹੈ ਨੈਸ਼ਨਲ ਪਾਰਟੀ ਕਾਂਗਰਸ ਜਿਹੜੀ ਕਿਸਾਨਾਂ ਦੀ ਮੌਤ ਦਾ ਰੱਸਾ ਵੱਟਦੀ ਹੈ ਗੈਟ ਤੇ ਸੈਂਟਰ ਦਿਓ ਜਵਾਬ ਦਿਓ ਗੈਟ ਤੁਸੀਂ ਮੰਨਿਆ ਕਿਸਾਨਾਂ ਦੇ ਉਲਟਾ ਗੈਟ ਮੰਨਿਆ ਗੈਟ ਦੀ ਕਾਪੀ ਕਿੱਥੇ ਹੈ ਪ੍ਰੈਸ ਕਰੇ ਤੂੰ ਨਹੀਂ ਪੜ੍ਹੀ ਤੂੰ ਮੰਤਰੀ ਤੁਸੀਂ ਪੜ੍ਹੇ ਤੁਹਾਨੂੰ ਨਹੀਂ ਪਤਾ ਮੈਂ ਤੁਹਾਡੀ ਜ਼ਿੰਮੇਵਾਰੀ ਨਹੀਂ ਪੜਨਾ ਗੈਟ ਪੜਨਾ ਤੁਹਾਡੀ ਜ਼ਿੰਮੇਵਾਰੀ ਨਹੀਂ ਤੁਹਾਡੇ ਮੁਤਾਬਕ ਗੈਟ ਮੈਂ ਮੰਨ ਲਾਂ ਬਿਲਕੁਲ ਨਹੀਂ ਮੰਨਾਗਾ ਗੈਟ ਦੇ ਵਿੱਚ ਕੀ ਲਿਖਿਆ ਲਿਆਓ ਗੈਟ ਦਾ ਨੋਟੀਫਿਕੇਸ਼ਨ ਲਿਆਓ ਸਾਡਾ ਨੁਮਾਇੰਦਾ ਪੜਿਆ ਲਿਆਉਣੀ ਸੁਣ ਲਓ ਜੀ ਸੁਣ ਲਓ ਸਲਮਾਨ ਨੂੰ ਨਹੀਂ ਬਣਾਇਆ ਪੜਿਆ ਲਿਖਿਆ ਨੂੰ ਬਣਾਇਆ ਤੁਸੀਂ ਪਹਿਲਾਂ ਤਾਂ ਦੇਖੋ ਸੁਣ ਲਓ ਭਰਾਵੋ ਦੇ ਸਮਰਥਕੋ ਜਿਹੜੇ ਅਜੇ ਤੱਕ ਗੈਟ ਨਹੀਂ ਪੜਿਆ ਤੂੰ ਇੱਕ ਮਿੰਟ ਕੱਲੀ ਵੀਡੀਓ ਬਣਾਉਣਾ ਹੈ ਕਿ ਮੇਰੇ ਨਾਲ ਗੱਲ ਕਰਨਾ ਹੈ ਤੁਹਾਡਾ ਵੀਡੀਓ ਨਹੀਂ ਜਾਦੇ ਤੇ ਹੈ ਕਿ ਮੈਂ ਲੋਕਾਂ ਨੂੰ ਦੱਸਦਾ ਰਾਜ ਵੜਿੰਗ ਨੂੰ ਸਵਾਲ ਕੀਤੇ ਹੈ ਮੈਂ ਇੱਕ ਮਿੰਟ ਪ੍ਰਸਤਾਵ ਲਾਈ ਇੱਕ ਮਿੰਟ ਗੈਟ ਕੀ ਹੈ ਗੈਟ ਤੁਸੀਂ ਦੱਸੋ ਤੁਸੀਂ ਮੈਂ ਦੱਸਦਾ ਜੀ ਇਹ ਗੱਲ ਕਲੀਅਰ ਹੋ ਗਈ ਰਾਜਾ ਸਾਹਿਬ ਕਹਿੰਦੇ ਮੈਨੂੰ ਗੈਟ ਬਾਰੇ ਨਹੀਂ ਪਤਾ ਮੈਂ ਦੱਸਦਾ ਗੈਟ ਬਾਰੇ ਕੀ ਆ ਗੈਟ ਆ ਜਿਹੜਾ ਵਿਸ਼ਵ ਵਪਾਰ ਸੰਸਥਾ ਦਾ ਇੱਕ ਸਮਝੌਤਾ ਜਿਹਦੇ ਵਿੱਚ ਭਾਰਤ ਮੈਂਬਰ ਬਣ ਗਿਆ ਤਾਂ ਗੈਟ ਦਾ ਇੱਕੋ ਇੱਕ ਪਹਿਲਾ ਨਿਸ਼ਾਨਾ ਵੀ ਛੋਟੀ ਖੇਤੀ ਨੂੰ ਖਤਮ ਕਰਕੇ ਵੱਡੇ ਫਾਰਮ ਸਿਸਟਮ ਦੀ ਖੇਤੀ ਲਿਆਉਣਾ ਜੇ ਭਾਰਤ ਉਹਦਾ ਮੈਂਬਰ ਬਣਦਾ ਭਾਰਤ ਨੂੰ ਆਪਦਾ ਮੰਡੀਕਰਨ ਬੰਦ ਕਰਨਾ ਪਏਗਾ ਕਿਸਾਨਾਂ ਨੂੰ ਸਬਸਿਡੀਆਂ ਦੇਣ ਵਾਲੀਆਂ MSP ਬੰਦ ਹੋਊਗੀ ਤੇ ਭਾਰਤ ਇੱਥੇ ਫਾਰਮ ਸਿਸਟਮ ਦੀ ਖੇਤੀ ਲਾਗੂ ਕਰੂਗਾ ਇਹ ਅੱਜ ਗੈਟ ਕੀ ਤੁਸੀਂ ਛੋਟੇ ਕਿਸਾਨਾਂ ਨੂੰ ਖਤਮ ਕਰਦੇ ਅੱਛਾ ਜੋ ਇਹਨਾਂ ਨੇ ਸਵਾਲ ਕੀਤਾ ਗੈਟ ਦੇ ਬਾਰੇ ਮੈਨੂੰ ਗੈਟ ਦੇ ਬਾਰੇ ਵਿੱਚ ਕੀ ਹੈ ਗੈਟ ਬਾਰੇ ਨੌਲੇਜ ਹੈ ਬਟ ਮੈਨੂੰ ਇਸ ਗੱਲ ਦੀ ਸ਼ੋਰਿਟੀ ਨਹੀਂ ਹੈ ਕਿ ਗੈਟ ਦੇ ਵਿੱਚ ਛੋਟੇ ਕਿਸਾਨਾਂ ਦੇ ਖਿਲਾਫ ਕੋਈ ਫੈਸਲਾ ਹੋਇਆ ਅਗਰ ਇਹਨਾਂ ਦੀ ਗੱਲ ਮੈਂ ਮੰਨ ਲਵਾਂ ਕਿ ਗੈਟ ਦੇ ਵਿੱਚ ਛੋਟੇ ਕਿਸਾਨਾਂ ਦੇ ਖਿਲਾਫ ਸਮਝੌਤਾ ਹੈ 1995 ਵਿੱਚ ਤੁਸੀਂ ਕਿੱਥੇ ਗਏ ਸੀ ਤੁਸੀਂ ਧਰਨਾ ਕਿਉਂ ਨਹੀਂ ਲਾਇਆ ਸੀ ਉਦੋਂ ਦੀ ਲੜਾਈ ਉਦੋਂ ਦੀ ਚੱਲਦੀ ਹੈ ਜੀ ਵੋਟਾਂ ਕਿਹਨੇ ਲਈਆਂ ਸੀ ਮੈਂ 95 ਵਿੱਚ ਮੈਂ 42 ਇਹਦੇ ਬਾਤ ਹੀ ਤਾਂ ਸੀ ਪਹਿਲਾਂ ਤਾਂ ਬੋਲੋ ਦੇਖੋ ਪਹਿਲਾਂ ਇੱਕ ਮਿੰਟ ਗੁਰਸਿੱਖ ਦਾ ਕੰਮ ਹੈ ਹਰੇਕ ਨੂੰ ਤੁਸੀਂ ਕਹਿਣਾ ਤੇ ਤਮੀਜ਼ ਨਾਲ ਤੁਸੀਂ ਮੈਂ ਤੁਹਾਨੂੰ ਤੁਸੀਂ ਕਹਿ ਰਿਹਾ ਮੈਂ ਤੁਸੀਂ ਕਹਿ ਰਿਹਾ ਕਿ ਤੂੰ ਇਹ ਕੋਈ ਮਾੜੀ ਗੱਲ ਅਸੀਂ ਦੁਸ਼ਮਣ ਨਹੀਂ ਤੁਸੀਂ ਕਹਿੰਦੇ ਚਲੋ ਠੀਕ ਆ ਬੋਲੋ ਤੁਸੀਂ ਜਿਹੜੀ ਫਿਰ ਬੋਲ ਕਿਉਂਕਿ ਆਪਣੀ 30 ਸਾਲਾਂ ਦੀ ਉਮਰ ਦੇ ਵਿੱਚ ਮੁੰਡੇ ਦੀ ਗੱਲ ਪਹਿਲੀ ਵਾਰੀ ਬਹੁਤ ਤਕੜਾ ਕਿਸਾਨ ਅੰਦੋਲਨ ਧੱਕਾ ਨਾ ਦੋ ਕਿਸਾਨ ਪਹਿਲਾਂ ਵੀ ਸੀ ਅਸੀਂ ਵੀ ਮੈਂ ਤਾਂ ਅਗਰ ਕੋਈ ਇਸ ਤਰ੍ਹਾਂ ਦਾ ਫੈਸਲਾ ਆਇਆ ਸੀ ਤੁਹਾਡੇ ਮੁਤਾਬਕ ਜਿਹੜਾ ਗੈਟ ਆਇਆ ਸੀ ਹਾਂ ਉਦੋਂ ਆਪਾਂ ਲੋਕਾਂ ਨੇ ਮੈਂ ਐਡਾ ਕੋਈ ਅੰਦੋਲਨ ਨਹੀਂ ਵੇਖਿਆ ਆਪਾਂ ਨੂੰ ਉਦੋਂ ਅੰਦੋਲਨ ਕਰਨਾ ਚਾਹੀਦਾ ਸੀ ਆਪਾਂ ਨੂੰ ਲੜਾਈ ਕਰਨੀ ਸੀ ਅਸੀਂ ਵੀ ਨਹੀਂ ਜੰਮੇ ਸੀਗੇ ਉਦੋਂ ਫਿਰ ਆਪਣੀ ਗੱਲ ਅਸੀਂ ਸੁਣਿਆ ਸੀ ਅਗਲੀ ਗੱਲ ਸੁਣੋ ਜੀ ਅੱਗੇ ਆਓ ਜੀ ਅਗਲਾ ਸਵਾਲ ਸਾਡਾ ਇਹਨਾਂ ਨੇ ਜਿਹੜੀ ਮੈਨੂੰ ਪੂਰੇ ਕਰ ਜਿਹੜਾ ਅਗਲਾ ਸਵਾਲ ਹੈ ਜੀ ਅਗਲਾ ਸਵਾਲ ਮੈਂ 1995 ਦੀ ਲੜਾਈ ਨਹੀਂ ਲੜ ਸਕਦਾ ਗੱਲ ਨਹੀਂ ਕਰਨਾ ਮੈਂ ਅੱਜ ਦੀ ਲੜਾਈ ਲੜ ਸਕਦਾ 2006 ਦੀ ਲੜ ਸਕਦਾ ਅੱਜ ਦੀ 6 ਤੇ ਆ ਜਾਓ ਯਾਰ ਹੁਣ ਇੱਕ ਅਗਲਾ ਸਵਾਲ ਹੈ ਇੱਕ ਪਹਿਲਾਂ ਤਾਂ ਭਾਈ ਸਾਹਿਬ ਤੁਸੀਂ ਆਪਾਂ ਆਥੋਰਾਈਜ਼ ਕੀਤਾ ਇਹਨਾਂ ਨੂੰ ਸਵਾਲ ਕਰਨਾ ਹਰੇਕ ਬੰਦਾ ਪਤਾ ਨਹੀਂ ਲੱਗਦਾ ਕੁਝ ਸਵਾਲ ਤੁਹਾਡੇ ਸਾਰੇ ਦਲੀਲ ਕਰਾਂਗੇ ਅਗਲਾ ਆ ਜਾਓ ਜੀ ਜਿਹੜੀ ਨੈਸ਼ਨਲ ਪਾਰਟੀ ਕਾਂਗਰਸ ਆ ਉਹਦੇ ਰਾਜਕਾਲ ਦੌਰਾਨ 2 ਕਮਿਸ਼ਨ ਬੈਠੇ ਜਿਹੜੇ ਖੇਤੀਬਾੜੀ ਸੰਬੰਧੀ ਸੀ ਪਹਿਲਾਂ ਅਸੀਂ ਗੈਟ ਦੇ ਸੰਬੰਧ 'ਚ ਵੀ ਭਾਰਤ ਗੈਟ ਦਾ ਮੈਂਬਰ ਬਣੇ ਕਿ ਨਾ ਜਿਹੜਾ ਕਮਿਸ਼ਨ ਬੈਠਾ ਸੀ ਉਹਨੇ ਕਾਂਗਰਸ ਨੂੰ ਇਹ ਗੱਲ ਕਹਿਤੀ ਸੀ ਵੀ ਭਾਰਤ ਨੂੰ ਇਹਦਾ ਮੈਂਬਰ ਨਹੀਂ ਬਣਨਾ ਚਾਹੀਦਾ ਇਹਨਾਂ ਦੀ ਮਾਂ ਪਾਰਟੀ ਉਹਦੇ ਉਲਟ ਜਾ ਕੇ ਉਹਦਾ ਮੈਂਬਰ ਬਣੀ ਦੂਸਰਾ ਕਮਿਸ਼ਨ ਬੈਠਾ 2004 ਦੇ ਵਿੱਚ 6 ਦੇ ਵਿੱਚ ਉਹਨੇ ਰਿਪੋਰਟ ਤਿਆਰ ਕੀਤੀ ਜਿਸ ਰਿਪੋਰਟ ਦਾ ਨਾਮ ਪਿਆ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਉਹ ਰਿਪੋਰਟ ਇਹ ਕਹਿੰਦੀ ਸੀ ਵੀ ਜੇ ਕਿਸਾਨਾਂ ਤੋਂ ਖੇਤੀ ਕਰਾਉਣੀ ਜੇ ਇਹਨਾਂ ਸਿਰੋਂ ਕਰਜ਼ਾ ਲਾਉਣਾ ਤੇ ਇਹਨਾਂ ਨੂੰ ਲਾਗਤ ਖਰਚਿਆਂ ਦੇ 50% ਨਫਾ ਦੇਣਾ ਬਣਦਾ ਹੈ ਉਹ ਰਿਪੋਰਟ 6 ਚ ਤਿਆਰ ਹੋ ਗਈ 14 ਤੱਕ ਇਹਨਾਂ ਦੀ ਸਰਕਾਰ ਰਹੀ ਪਰ ਇਹਨਾਂ ਦੇ ਟੇਬਲ ਤੇ ਰੁਲਦੀ ਰਹੀ ਪੁੱਛੋ ਮੰਤਰੀ ਸਾਹਿਬ ਜੀ ਤੁਸੀਂ ਉਹ ਲਾਗੂ ਕਿਉਂ ਨਹੀਂ ਕੀਤੀ ਤੁਹਾਡੀ ਪਾਰਟੀ ਨੇ ਲਾਗੂ ਕਿਉਂ ਨਹੀਂ ਕੀਤੀ ਚਲੋ ਪਹਿਲਾਂ ਫੇਰ ਉਹੀ ਸਵਾਲ ਕਿ ਮੈਂ
ਉਸ ਵੇਲੇ ਮੁਕੰਮਲ ਪੋਲਿਟਿਕਸ 'ਚ ਨਹੀਂ ਸੀ, ਇੱਕ ਸਟੂਡੈਂਟ ਸੀ। ਇਹਦੇ ਬਾਰੇ ਮੈਂ ਸਵਾਲ ਦਾ ਕੀ ਜਵਾਬ ਦੇਵਾਂ, ਪਰ ਮੈਂ ਆਪਦੀ ਬੁੱਧੀ ਮੁਤਾਬਕ ਐਜ਼ ਏ ਮਿਨਿਸਟਰ ਆਫ ਪੰਜਾਬ ਗਵਰਨਮੈਂਟ ਮੈਂ ਇਹ ਗੱਲ ਕਹਿਣੀ ਚਾਹੁੰਦਾ ਹੈ। ਇਹ ਕਹਿੰਦੇ ਆ ਕਿ ਮੈਂ ਕਹਿ ਰਿਹਾ ਸੱਚ ਹੈ, ਇਹ ਕਹਿ ਰਹੇ ਇੱਕ ਮਿੰਟ ਪੜੋ, ਮੈਂ ਕਹਿ ਰਿਹਾ ਮੈਂ ਸੱਚ ਹੈ, ਇਹ ਕਹਿ ਰਿਹਾ ਇਹ ਸੱਚ ਹੈ, ਇਹ ਕਹਿੰਦਾ ਇਹ ਸੱਚ ਹੈ। ਮੇਰੀ ਬੇਨਤੀ ਹੈ, ਮੈਂ ਕਿਸਾਨ ਯੂਨੀਅਨ ਦੀ ਜਥੇਬੰਦੀ ਨੂੰ ਬੇਨਤੀ ਕਰਨੀ ਚਾਹੁੰਦਾ, ਤੁਹਾਡੇ ਜਿੰਨੇ ਸਵਾਲ ਹੈ ਤੁਸੀਂ ਇੱਕ ਲਿਖਤ ਦੇ ਵਿੱਚ ਅੱਜ ਨਹੀਂ 2 ਦਿਨਾਂ ਨੂੰ 3 ਨੂੰ ਦਿਓ। ਮੈਂ ਖੇਤੀਬਾੜੀ ਦੇ ਸਾਡੇ ਆਫੀਸਰ ਨਾਲ ਖੇਤੀਬਾੜੀ ਮੰਤਰੀ ਨਾਲ ਰਾਜਾ ਵੜਿੰਗ, ਮੈਂ ਉਦੋਂ ਬਲੀਵ ਕਰਾਂਗਾ ਜਦੋਂ ਮੈਂ ਉਹ ਨੋਟੀਫਿਕੇਸ਼ਨ ਵੇਖੂੰਗਾ ਤੁਹਾਡੇ ਕਹਿਣ ਨਾਲ ਵੀ ਮੈਂ ਉਦੋਂ ਕਹਿ ਦਿਆਂ ਮੈਂ ਤੁਹਾਨੂੰ ਕੀ ਪਤਾ ਤੁਹਾਡੀ ਕਿਵੇਂ ਮੰਨ ਲਾਂ ਵੀ ਸੁਣੋ ਜੀ, ਬਹੁਤ ਵਧੀਆ ਗੱਲ ਕੀਤੀ ਜੀ ਇਹਨਾਂ ਦੇ ਨੌਲੇਜ ਨਹੀਂ ਹੋਣੀ। ਨਹੀਂ ਨੌਲੇਜ ਨਹੀਂ, ਤੁਹਾਡੀ ਨੌਲੇਜ ਨਹੀਂ ਹੋਣੀ। ਮੈਂ ਕਲੀਅਰ ਕਰਦਾ ਜੀ, ਮੈਂ ਜਿੰਨਾ ਚਿੱਕਰ ਕਿਸੇ ਗੱਲ ਦਾ ਸਾਡੀ ਤੁਸੀਂ ਹੁਣ ਜਿਹੜਾ ਬੰਦਾ ਕਹਿੰਦਾ, ਕੋਈ ਕਹਿੰਦਾ ਜਿਹੜਾ ਜੰਮਿਆ ਨਹੀਂ ਉਸ ਵੇਲੇ, ਉਹ ਕਹਿੰਦਾ ਜੀ 1990 ਚ 99 ਚ ਐ ਹੋਇਆ, ਭਾਈ ਜੀ 98 ਚ ਐ ਹੋਇਆ। ਤੁਸੀਂ ਆਪਦੇ ਕਾਗਜ਼ਾਂ ਨਾਲ ਆਓ। ਇੱਕ ਮਿੰਟ ਨਾਟ ਮੈਨੀਫੈਸਟੋ, ਪਹਿਲਾਂ ਇਸ ਦੀ ਗੱਲ ਕਰੋ। ਕਰੋ। ਤੁਸੀਂ ਨੋਟੀਫਿਕੇਸ਼ਨ ਦੇ ਨਾਲ ਆਓ। ਮੇਰੇ ਅਫਸਰ ਪੰਜਾਬ ਸਰਕਾਰ ਦੇ ਖੇਤੀਬਾੜੀ, ਅਸੀਂ ਪ੍ਰੈਸ ਕਾਨਫਰੰਸ ਸਾਰੀ ਅਸੀਂ ਪੰਜਾਬ ਦੀ ਪ੍ਰੈਸ ਬੁਲਾਵਾਂਗੇ, ਉੱਥੇ ਆਪਾਂ ਦੁੱਧ ਦਾ ਦੁੱਧ ਪਾਣੀ ਹੋ ਜਾਊਗਾ, ਨਾਲੇ ਜਨਤਾ ਨੂੰ ਪਤਾ ਲੱਗ ਜੂ ਵੀ ਵਾਕਿਆ ਸਾਡੇ ਵੇਲੇ ਹੋਇਆ ਕਿ ਕਿਸੇ ਹੋਰ ਵੇਲੇ ਹੋਇਆ, ਤੇ ਹੋਇਆ ਵੀ ਤੁਹਾਡੇ ਖਿਲਾਫ ਕਿ ਨਹੀਂ ਹੋਇਆ। ਤੁਸੀਂ ਐਵੇਂ ਕਹੀ ਜਾਂਦੇ ਹੋ। ਸੁਣੋ ਇਹ ਆਪਣੇ ਮੰਤਰੀ ਸਾਹਿਬ ਕਹਿ ਰਹੇ ਆ ਵੀ ਸਾਡੇ ਜਿਹੜੇ ਕਾਂਗਰਸ ਵਾਲੇ ਉਹਨਾਂ ਨੂੰ ਨਹੀਂ ਪਤਾ ਇਸ ਬਾਰੇ। ਨਹੀਂ ਪਰ ਮੈਂ ਤੁਹਾਨੂੰ ਯਾਦ ਕਰਵਾ ਰਿਹਾ ਜੀ, ਜਿੰਨੇ ਵੀ ਤੁਹਾਨੂੰ ਯਾਦ ਕਰਾਉਂਦੇ ਆ ਜੀ, ਤੁਸੀਂ ਇਸ ਗੱਲ ਨੂੰ ਧਿਆਨ ਨਾਲ ਸੁਣੋ ਵੀ ਜਿੰਨੇ ਵੀ ਸਾਡੇ ਐਮਐਲਏ ਆ ਉਹਨਾਂ ਨੇ ਇੱਕ ਰਾਜ ਸਭਾ ਦੇ ਵਿੱਚ ਮਤਾ ਪਾਇਆ ਹੈ ਵੀ ਇਹ ਕਾਨੂੰਨ ਗਲਤ ਹੈ, ਤਾਂ ਇਹ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ। ਕੀ ਉਦੋਂ ਨਹੀਂ ਪੜ੍ਹੇ ਸੀ ਇਹਨਾਂ ਨੇ ਐਮਐਲਏ ਸਾਹਿਬ ਸੀ? ਕੀ ਨਹੀਂ ਪੜ੍ਹੇ ਇਹਨਾਂ ਨੇ? ਅਸੀਂ ਮਤੇ ਵਾਪਸ ਪਾਇਆ। ਮੇਰਾ ਇੱਕ ਤੁਹਾਨੂੰ ਇੱਕ ਸਵਾਲ ਹੈ, ਐਵੇਂ ਤਾਂ ਨਹੀਂ ਸਾਈਨ ਕਰਦੇ। ਮੇਰਾ ਇੱਕ ਤੁਹਾਨੂੰ ਬੜੇ ਬਿਨੇ ਸਰ ਜੀ, ਚਲੋ ਅਗਲਾ ਵੀ ਹੈਗਾ। ਇੱਕ ਮਿੰਟ 10 ਮਿੰਟ ਤਾਂ ਹੋ ਗਏ, ਪਰ ਕੋਈ ਨਹੀਂ 2 ਮਿੰਟ ਹੋਰ ਦੇ ਦਿਓ। 1 ਮਿੰਟ 5 ਲਓ। ਇਸ ਗੱਲ ਤੇ ਪੜ੍ਹੇ ਕਿ ਨਹੀਂ ਪੜ੍ਹੇ, ਮੈਂ ਤੁਹਾਨੂੰ ਆਖਿਆ ਕਿ ਪ੍ਰੈਸ ਦੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਵੀ ਕੌਣ ਸੱਚਾ, ਕਿ ਤੁਸੀਂ ਸੱਚੇ ਹੋ ਕਿ ਅਸੀਂ ਸੱਚੇ ਹਾਂ। ਇਸ ਮੁੱਦੇ ਤੇ ਨਹੀਂ ਤੁਸੀਂ ਇਕੱਲੇ ਨੇ ਪੜ੍ਹੇ, ਸਾਨੂੰ ਵੀ ਪੜ੍ਹਨਾ। ਜੱਜ ਕਹਿੰਦਾ ਹੈ ਫੈਸਲਾ ਮੈਂ ਦੇਵਾਂਗਾ ਕਿ ਕਿਹਨੇ ਗੋਲੀ ਮਾਰੀ ਹੈ, ਬਟ ਮੈਂ FIR ਪੜੂੰਗਾ, ਮੈਨੂੰ ਟਾਈਮ ਦਿਓ, ਡੇਟ ਪਾਤੀ। ਸਾਨੂੰ ਤੁਹਾਡੇ ਨਾਲ ਵਾਅਦਾ ਕਰਦਾ ਹੈ, ਤੁਸੀਂ ਆਪਦੇ ਕਾਨੂੰਨ ਲਿਆਓ, ਅਸੀਂ ਆਪਦਾ ਕਾਨੂੰਨ ਉਹ ਬੰਦੇ ਪਾਵਾਂਗੇ, ਅਸੀਂ ਪੜ੍ਹ ਕੇ ਦੱਸਾਂਗੇ ਔਰ ਪਬਲਿਕ ਦੇ ਸਾਹਮਣੇ ਰਿਪੋਰਟ ਤੇ। ਮੈਂ ਕਹਿੰਦਾ ਇਹਨੇ ਕਤਲ ਕੀਤਾ ਜਦੋਂ ਤੂੰ ਕੀਤਾ ਹੀ ਨਹੀਂ, ਤੁਸੀਂ ਕੀਤਾ ਹੀ ਨਹੀਂ। ਅੱਛਾ ਅਗਲੀ ਗੱਲ ਜਿਹੜੀ ਤੁਸੀਂ ਗੱਲ ਕਰ ਲਿਓ, ਮੇਰਾ ਤੁਹਾਨੂੰ ਇੱਕ ਸਵਾਲ ਹੈ ਕਰੋ ਜੀ। 31 ਜਥੇਬੰਦੀਆਂ, ਹਾਂਜੀ, ਮੈਂ ਅਗਰਾਹਾਂ ਸਾਹਿਬ ਦੀ ਵੀ ਵਾਵਾ ਵੱਡੀ ਜਥੇਬੰਦੀ, ਉਹਨਾਂ ਨੂੰ ਮੈਂ ਸੁਣਦੇ ਵੇਖਿਆ ਬੋਲਦੇ, ਮੇਰੀ ਗੱਲ ਸੱਚ ਹੈ ਕਿ ਝੂਠਾ ਉਹਦੇ ਚ ਹਾਂ ਕਰੇ। ਉਹ ਕਹਿੰਦੇ ਵੀ ਕਿਸੇ ਰਾਜਨੀਤਿਕ ਬੰਦੇ ਦਾ ਵਿਦਆਊਟ ਭਾਜਪਾ ਵਿਰੋਧ ਨਹੀਂ ਕਰਨਾ, ਨੰਬਰ 1। ਤਕੈਤ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਕਿਸੇ ਦਾ ਵਿਰੋਧ ਨਹੀਂ ਕਰਨਾ ਵਿਦਆਊਟ ਉਹਨਾਂ ਦੇ ਸਟੇਜ ਤੇ ਨਹੀਂ ਕਰਨਾ। ਸਾਨੂੰ ਉਹਨਾਂ ਜਥੇਬੰਦੀਆਂ ਨੇ ਅਗਰਾਹਾਂ, ਜਿਨ੍ਹਾਂ ਦਾ ਸੰਘਰਸ਼ ਵੀ ਮੈਨੂੰ ਲੱਗਦਾ ਬੰਦੇ ਵੀ ਬਹੁਤ ਜ਼ਿਆਦੇ ਤੇ ਸ਼ਹੀਦ ਵੀ ਬਹੁਤ ਹੋਏ, ਸਿੱਧੂਪੁਰ ਦੇ ਵੀ ਬਹੁਤ ਹੋਏ। ਮੈਂ ਜਿਹੜਾ ਇੱਥੇ ਸ਼ਹੀਦ ਹੋਇਆ ਸੀ ਆਪਣਾ ਸਾਡਾ ਪਰਿਵਾਰ, ਉੱਥੇ ਆਪਦੀ ਤਨਖਾਹ 'ਚੋਂ ਲੱਖ ਰੁਪਇਆ ਦੇ ਕੇ ਆਇਆ ਸੀ, ਬੇਸ਼ੱਕ ਉਹ ਭਾਵੇਂ ਗੱਲ, ਪਰ 30 ਜਥੇਬੰਦੀਆਂ ਤੁਹਾਨੂੰ ਇੱਕ 31ਵੀਂ ਜਥੇਬੰਦੀ ਨੂੰ ਕਹਿਣੀ ਹੈ ਕਿ ਆਪਾਂ ਇਹ ਕੰਮ ਨਹੀਂ ਕਰਨਾ, ਤੁਸੀਂ ਕਿਉਂ ਕਰਦੇ ਹੋ? ਅਕਾਲੀ ਕਾਂਗਰਸ ਦੇ 60 ਐਮਐਲਏ ਆ ਜੀ, 60 ਐਮਐਲਏ ਇੱਕ ਦੂਜੇ ਦਾ ਝਾਟਾ ਦੇ ਦਿੰਦੇ ਸੀ, ਇੱਕੋ ਪਾਰਟੀ ਦੇ ਬੰਦੇ 30 ਜਥੇਬੰਦੀਆਂ ਕਹਿ ਰਹੀਆਂ, 30 ਜਥੇਬੰਦੀਆਂ ਨੇ ਕਿਹਾ ਵੀ ਤੁਸੀਂ ਨਹੀਂ ਕਰਨਾ, ਤੁਸੀਂ ਕਿਉਂ ਕਰਨਾ? ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਆ ਤੁਸੀਂ, 2017 ਚ ਐਮਐਲਏ ਬਣੇ ਸੀ। ਪਿਛਲੇ ਮਹੀਨੇ ਯਾਰ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ, ਅਸੀਂ ਦੱਸ ਦੇਣਾ ਤੁਸੀਂ ਚੱਲੇ ਕਿਉਂ ਗਏ? ਅਸੀਂ ਲੋੜਨਾ, ਪਰ ਤੁਸੀਂ ਉਹਨਾਂ ਨਾਲ ਲੜਦੇ, ਤੁਸੀਂ ਉਹਨਾਂ ਨਾਲ ਲੜਦੇ, ਤੁਸੀਂ ਉਹਨਾਂ ਨਾਲ ਲੜਦੇ, ਤੁਸੀਂ ਜਥੇਬੰਦੀਆਂ ਨਾਲ ਲੜਦੇ, ਤੁਸੀਂ ਯਾਰ ਕਮਾਲ ਹੈ। ਇਹ ਜਥੇਬੰਦੀਆਂ ਤੋਂ ਹਟੋ, 50 ਬੰਦਿਆਂ ਤੋਂ ਵੱਧ ਇਕੱਠ ਨਹੀਂ ਕਰਾਂਗੇ। 50 ਬੰਦਿਆਂ ਤੋਂ ਹਟੋ, ਜਥੇਬੰਦੀਆਂ ਤੋਂ ਹਟੋ। ਚੰਡੀਗੜ੍ਹ 30 ਜਥੇਬੰਦੀਆਂ ਨਾਲ ਹੀ ਪਾਰਟੀ ਹੋਈ ਸੀ। ਚੰਡੀਗੜ੍ਹ ਤੁਸੀਂ ਦੱਸੋ 2017 ਦੇ ਵਿੱਚ ਤੁਸੀਂ ਐਮਐਲਏ ਬਣੇ ਸੀ ਚੰਡੀਗੜ੍ਹ ਲੁਧਿਆਣਾ ਚ। ਸੁਣੋ ਜੀ, ਸਾਡੇ 2 ਸਵਾਲ ਰਹਿ ਗਏ। ਇੱਕ ਮਿੰਟ ਤੂੰ ਮੇਰਾ ਜਵਾਬ ਨਹੀਂ ਦਿੱਤਾ, ਮੈਂ ਕਿਉਂ ਜਥੇਬੰਦੀਆਂ ਦੇ 10 ਮਿੰਟ ਸਵਾਲ ਦਿੱਤੇ।
ਮੈਂ ਇੱਕ ਜਵਾਬ ਦੇ ਦਿੰਦਾ। ਸਰਦਾਰ ਜੀ ਤੁਸੀਂ ਮਿਨਿਸਟਰ ਹੋ, ਅਸੀਂ ਆਮ ਲੋਕਾਂ ਸੁਣੋ ਮੇਰੀ ਗੱਲ, ਸਾਡੀਆਂ 30 ਜਥੇਬੰਦੀਆਂ ਦਾ ਫੈਸਲਾ ਹੋਇਆ ਸੀ ਵੀ ਦੂਜਿਆਂ ਨੂੰ ਸਵਾਲ ਕਰਨੇ। ਅਸੀਂ ਸਵਾਲ ਕਰਨ ਜਾਂਦੇ ਸੀ ਤੇ ਸਾਡੇ ਬੰਦੇ ਜਦੋਂ ਸਵਾਲ ਕਰਦੇ ਸੀ ਉਦੋਂ ਵੀਰੀ ਨੇ ਕਿਹਾ ਵੀ ਬੀਬੀਆਂ ਨੂੰ ਸਵਾਲ ਕਰਦੇ ਆ। ਜਦੋਂ ਇਹਨੂੰ ਸਵਾਲ ਕਰਨ ਆਏ ਇਹ ਗੱਡੀ ਢਾ ਕੇ ਲੈ ਗਿਆ। ਤੁਸੀਂ ਅਸੀਂ ਹਲੋ ਜੇ ਤੁਹਾਡਾ ਸੋਸ਼ਲ ਮੀਡੀਆ ਤੇ ਘੈਂਟ ਚੱਲਣਾ ਚਾਹੀਦਾ ਵੀ ਰਾਜੇ ਵੜਿੰਗ ਤੋਂ ਪੈਰੀ ਹੱਥ ਲਵਾਤੇ ਹਾਲ ਹੈ। ਅਸੀਂ ਆਪ ਲਾਵਾਂਗੇ। ਆਪ ਤੋਂ ਛੋਟੀ ਇਹ ਪਤਾ ਕਿੱਦਾਂ ਬੋਲ ਰਹੇ ਜੀ ਤੇਰੀ ਘਰ ਵਾਲੀ ਵਾਟ ਇਜ਼ ਦਿਸ ਇਹ ਗੁਰੂ ਨੇ ਨਹੀਂ ਮੇਰੇ ਨੂੰ ਸਿਖਾਇਆ। ਗੁਰੂ ਕਹਿੰਦਾ ਗੁਰੂ ਨੇ ਕਿਹਾ ਮੁੱਕਰ ਜੋ ਯਾਰ ਸਾਰਾ ਕੁਝ ਗੁਰੂ ਨੇ ਕਿਹਾ ਸਤਿਕਾਰ ਕਰੋ ਸਤਿਕਾਰ। ਰਾਜਾ ਜੀ ਤੁਸੀਂ ਸਿਆਣੇ ਹੋ ਤਾਂ ਹੀ ਐਮਐਲਏ ਨਹੀਂ ਅਸੀਂ ਪਿੱਛੇ। ਸੁਣੋ ਮੇਰੀ ਗੱਲ ਜੀ, ਸੁਣੋ ਮੇਰੀ ਗੱਲ ਜੀ। ਸ਼ਹੀਦ ਹੋਇਆ ਉਹਨਾਂ ਦਾ ਕਾਤਲ ਮੋਦੀ ਆ। ਰਾਜਾ ਜੀ ਤੇਰਾ ਪੁੱਛੋ ਜਾਣ ਲੱਗੇ ਲੈ ਜਾਓ ਵੀ ਕਾਤਲ ਮੋਦੀ ਆ। ਜਿਹੜੇ ਮੈਂ ਤੇਰੇ ਨਹੀਂ ਮੰਨਦੇ ਹੋ ਤੁਸੀਂ। 600 ਕਿਸਾਨ ਸੰਘਰਸ਼ ਕਰਦੇ ਜਿਹੜੇ ਕਿਸਾਨਾਂ ਦੇ ਖਿਲਾਫ ਕਾਨੂੰਨ ਮਾੜੇ ਬਣਾਤੇ ਉਹ ਮੇਰੇ ਮੈਂ ਸਮਝਦਾ ਕਿ ਜੇ ਉਹ ਕਾਲੇ ਕਾਨੂੰਨ ਨਾ ਬਣਾਏ ਜਾਂਦੇ ਤਾਂ ਸ਼ਾਇਦ ਉਹਨਾਂ ਨੂੰ ਆਪਦੀ ਜਾਨ ਨਾ ਗਵਾਉਣੀ ਪੈਂਦੀ। ਇੱਕ ਸਵਾਲ ਹੈ ਜੀ, ਹੁਣ ਜਿਹੜਾ 84 ਚ ਸਿੱਖ ਕਤਲੇਆਮ ਹੋਇਆ ਉਹਦਾ ਕਾਤਲ ਕੌਣ ਸੀ? ਇੰਦਰਾ ਗਾਂਧੀ ਸੀ ਕਿ ਨਹੀਂ? ਸਿੱਖਾਂ ਦੀ ਕਾਤਲ ਇੰਦਰਾ ਗਾਂਧੀ ਹੈ ਕਿ ਨਹੀਂ? ਤੁਸੀਂ ਉਹਨੂੰ ਮਾਂ ਦਾ ਖਿਤਾਬ ਦਿੱਤਾ ਕਿ ਨਹੀਂ? ਤੁਸੀਂ ਉਹਨੂੰ ਦੁਰਗਾ ਮਾਤਾ ਕਿਹਾ ਕਿ ਨਹੀਂ? ਇਹ ਗਲਤ ਕਿ ਨਹੀਂ? ਤੁਸੀਂ ਸਿੱਖ ਹੋਣ ਦੇ ਨਾਂ ਤੇ ਰੋਕਣਾ। ਚਲੋ ਹੁਣ ਇੱਕ ਮਿੰਟ ਮੁੱਦਾ ਜੀ ਸਾਡਾ, ਅਸੀਂ ਸਿੱਖ ਵੀ ਹਾਂ। ਇੱਕ ਮਿੰਟ ਸਿੱਖ ਸਾਹਿਬ ਸੁਣ ਲਓ ਗੱਲ। ਮੇਰੀ ਬੇਨਤੀ ਹੈ ਜਦੋਂ 84 ਸੀ ਉਦੋਂ ਮੈਂ ਕੇਵਲ 6 ਸਾਲ ਦਾ ਸੀ। ਉਸ ਸਮੇਂ ਕੀ ਹੋਇਆ ਕੀ ਨਹੀਂ ਹੋਇਆ ਕਿਤਾਬਾਂ 'ਚ ਪੜ੍ਹਿਆ ਔਰ ਬੜਾ ਵੱਡਾ ਦੁਖਾਂਤ ਸੀ ਉਹਦੀ ਮਾਫੀ ਕਈ ਵਾਰੀ ਕਾਂਗਰਸ ਪਾਰਟੀ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਅਗਰ ਕਿਸੇ ਨੇ ਇਸ ਬੰਦੇ ਨੇ ਗਲਤੀ ਕੀਤੀ ਜਾਂ ਇਹਨੇ ਕਰ ਲਈ ਉਹਦੀ ਮਾਫੀ ਕਈ ਵਾਰੀ ਮਾਫੀ ਮੰਗੀ ਗਈ ਔਰ ਸਿੱਖਾਂ ਦਾ ਪਾਰਲੀਮੈਂਟ ਹਰਮੰਦਰ ਸਾਹਿਬ ਹਰੀ ਦਾ ਮੰਦਰ ਉੱਥੇ ਜਾ ਕੇ ਸਾਡੇ ਲੀਡਰ ਰਾਹੁਲ ਗਾਂਧੀ ਨੇ ਵੀ ਮਾਫੀ ਮੰਗ ਕੇ ਉਹਨਾਂ ਨੂੰ ਉੱਥੇ ਪਿਆਰ ਵੀ ਦਿੱਤਾ, ਲੰਗਰ ਵੀ ਛਕਿਆ ਤੇ ਸੇਵਾ ਵੀ ਕੀਤੀ। ਇਹ ਪੁਰਾਣਾ ਬਹੁਤ ਗੱਲ ਹੈ ਔਰ ਇਹ ਕਿਸਾਨੀ ਦਾ ਮੁੱਦਾ ਨਹੀਂ, ਇਹ ਤਾਂ ਸਿਆਸੀ ਕੰਮ ਚੱਲ ਰਿਹਾ ਹੈ, ਸਿਆਸੀ ਕੰਮ। ਅਗਰ ਮੁੱਦਾ ਕਿਸਾਨੀ ਦਾ ਗੱਲ ਕਰੋ ਤੇ 84 ਦੀ ਗੱਲ ਕਰੋ, ਇਹ ਸਿਆਸਤ ਨਾ ਕਰੋ, ਸਿਆਸਤ ਨਾ ਕਰੋ, ਕਿਸਾਨੀ ਮੁੱਦੇ ਦੀ ਗੱਲ ਕਰੋ। ਹੁਣ ਮੈਂ 15 ਮਿੰਟ ਦੇ ਦੇ ਲਾਸਟ ਮੰਤਰੀ ਜੀ ਅਸੀਂ ਤੁਹਾਨੂੰ ਪੁੱਛਦੇ ਹਾਂ ਕਿ 2017 ਚ ਤੁਸੀਂ ਇਲੈਕਸ਼ਨ ਲੜੀ ਸੀ ਐਜ਼ ਏ ਐਮਐਲਏ ਐਜ਼ ਬੀਇੰਗ ਏ ਕਾਂਗਰਸ ਪਾਰਟੀ ਕੈਂਡੀਡੇਟ। ਕਾਂਗਰਸ ਪਾਰਟੀ ਦਾ ਮੈਨੀਫੈਸਟੋ ਸੀਗਾ, ਫਸਟ ਸੀਗਾ ਕਿ ਅਸੀਂ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ ਕਰਾਂਗੇ। ਮਹੀਨਾ ਕੁ ਪਹਿਲਾਂ ਤੁਸੀਂ ਤੁਹਾਡਾ ਬਿਆਨ ਸੀਗਾ ਪਟਵਾਰੀ ਯੂਨੀਅਨ ਦੇ ਵਿੱਚ ਬੈਠਿਆਂ ਦਾ ਕਿ ਜੀ ਮੈਂ ਐਮਐਲਏ ਆ, ਅਸੀਂ ਕੈਬਨਿਟ ਨੂੰ ਆਪਣੇ ਕੰਸਰਨ ਫਾਰਵਰਡ ਕਰਨੇ ਹੁੰਦੇ ਆ, ਉਹਨਾਂ ਦੇ ਆਰ ਡਿਸੀਜਨ ਮੇਕਰਸ। ਨਾਓ ਯੂ ਆਰ ਅ ਡਿਸੀਜਨ ਮੇਕਰ ਪਰਸਨ। ਕੀ ਤੁਸੀਂ ਲੱਗਦਾ ਤੁਹਾਨੂੰ ਅਮਰਿੰਦਰ ਸਿੰਘ ਜੀ ਰਾਜਾ ਵਿਡਿੰਗ ਜਿਹੜੇ ਵਾਅਦਾ ਕਰ ਰਹੇ ਸੀ ਉਹਨਾਂ ਨੇ 2017 ਚ ਲੋਕਾਂ ਨਾਲ, ਹੁਣ ਉਹ ਕਰਜ਼ੇ ਮਾਫ ਕਰਨਗੇ ਐਜ਼ ਏ ਮਿਨਿਸਟਰ ਜਾਂ ਆਪਣੇ ਸੀਐਮ ਸਾਹਿਬ ਨੂੰ ਫੋਰਸ ਕਰਨਗੇ ਵੀ ਹਾਂ ਕਰਜ਼ੇ ਜ਼ਰੂਰ ਮਾਫ ਹੋਣੇ ਚਾਹੀਦੇ? ਨਹੀਂ, ਮੈਂ ਅਪੋਜ਼ ਕਰਦਾ ਆਪਣੀ ਸਰਕਾਰ ਨੂੰ। ਕਰਨਗੇ ਆਪਣੀ ਸਰਕਾਰ ਨੂੰ ਅਪੋਜ਼ ਜਾਂ ਕਰਜ਼ੇ 100% ਕਰਜ਼ੇ ਮਾਫ ਕਰਵਾਉਣਗੇ? ਹੁਣ ਮੇਰਾ ਅੱਗੇ ਟਾਈਮ ਹੋ ਗਿਆ, ਇਹਦਾ ਮੈਂ ਜਵਾਬ ਦਿੰਦਾ ਪਰ ਇਦੋਂ ਬਾਅਦ ਨੋ ਮੋਰ ਸਵਾਲ। ਭਾਵੇਂ ਰਾਜੀ ਰਹੋ ਭਾਵੇਂ ਗੁੱਸੇ ਨਾਲ। ਅਸੀਂ ਇਹ ਗੱਲ ਕਹੀ ਸੀ ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗੇ। ਨਹੀਂ ਮੈਂ ਨਹੀਂ ਆਨਸਰ ਕਰ ਸਕਦਾ ਨਾ। ਮੈਂ ਬਾਈ ਜੀ ਮੈਂ ਵਾਅਦਾ ਕੀਤਾ ਸੀ ਕਾਫਲਾ ਨਹੀਂ ਬਣਾਵਾਂਗੇ, ਤੁਸੀਂ ਕਾਫਲਾ ਬਣਾਇਆ। ਨਹੀਂ ਤੁਸੀਂ ਸਾਡੇ ਮੋਰਚੇ ਦਾ ਕਨਵਰਟ ਚੰਡੀਗੜ੍ਹ ਵਾਲੀ ਤੋੜੀ ਹੈ ਜੀ। ਚੰਡੀਗੜ੍ਹ ਵਾਲੀ ਸ਼ੌਂਕ ਨਹੀਂ ਜੀ ਤੁਹਾਡੀ ਪਾਰਟੀ ਦੀ ਸਾਡੀਆਂ ਜਥੇਬੰਦੀਆਂ ਨਾਲ ਕਮੈਂਟਮੈਂਟ ਸੀ ਵੀ ਅਸੀਂ ਕਾਫਲਾ ਨਹੀਂ ਕਰਾਂਗੇ। ਕਾਫਲਾ ਕੀਤਾ ਇਦਾਂ ਗਲਤ ਇਹ ਲੜਨ ਵਾਸਤੇ ਆਇਆ ਮੈਂ ਥੋੜੀ ਨਹੀਂ। ਹੁਣ ਤੁਸੀਂ ਇੱਕ ਕਰਕੇ ਫੇਰ ਕੋਈ ਲਾਸਟ ਸਵਾਲ ਤੁਹਾਡਾ ਵੀ ਵਿੱਚ ਹੀ ਦੇ ਦੂੰਗਾ, ਤੁਹਾਡਾ ਦੇ ਦੂੰਗਾ ਵਿੱਚ ਕਾਫਲੇ ਵਾਲਾ ਵੀ। ਜਿਹੜੀ ਤੁਸੀਂ ਕਹਿੰਦੇ ਤੁਸੀਂ ਸਵਾਲ ਪੁੱਛਦੇ ਹੋ ਵੀ ਦੋ ਜਥੇਬੰਦੀਆਂ ਕਿਉਂ ਨਹੀਂ ਪੁੱਛਦੀਆਂ? ਸੰਯੁਕਤ ਕਿਸਾਨ ਮੋਰਚੇ 30 ਆਰਮੀ ਫਰੈਂਡ ਕੱਲੀ ਸਿੱਧੂ ਪਰ ਇੱਥੇ ਜਾ ਸਿੱਧੂ ਪਰ ਮੀਤ ਪ੍ਰਧਾਨ ਹੈ ਕਿੱਧਰ ਦੇ ਹਲਕੇ ਦਾ ਜੀ। ਸਾਡੀ ਜਥੇਬੰਦੀ ਸਵਾਲ ਪੁੱਛਦੀ ਹੈ। ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਮੈਨੂੰ ਤਾਂ ਹੈ ਅੱਜ ਤੱਕ ਪੁੱਛਿਆ ਤੁਸੀਂ ਇਕੱਲੇ ਪੁੱਛ ਰਹੇ ਸਵਾਲ ਪੁੱਛਣੇ ਮੈਨੂੰ ਕਿਸੇ ਪਿੰਡ 'ਚ ਸਿੱਧੂ ਬਿਨਾਂ ਕਿਸੇ ਨੇ ਸਵਾਲ ਨਹੀਂ ਪੁੱਛੇ।
ਆਪਣਾ ਕੋਟਲੀਵਾਲ ਪਿੰਡ ਹੈ ਮੇਰਾ। ਸਿੱਧੂਪੁਰ ਤੋਂ ਬਿਨਾ ਬ੍ਰਦਰ ਮੈਨੂੰ ਕਦੇ ਕਿਸੇ ਸਰ ਹੁਣ ਸੁਣ ਲਓ ਸਰ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਕੋਲ ਇਸ ਸਵਾਲ ਦਾ ਜਵਾਬ ਲੈਣਾ ਤੁਹਾਨੂੰ ਹਾਂਜੀ ਮੈਂ ਮੇਰੇ ਕੋਲ ਜੋ ਸਾਹਿਬ ਜੀ ਨੇ ਇਹਨਾਂ ਨੇ ਸਵਾਲ ਕੀਤਾ ਬਹੁਤ ਆਦਰ ਤੇ ਸਤਿਕਾਰ ਦਾ ਸਵਾਲ ਸੀਗਾ। ਚਲੋ ਹੁਣ ਇੱਕੋ ਫੈਸਲਾ ਜੀ ਨਹੀਂ ਹੁਣ ਅਸੀਂ ਤੁਹਾਨੂੰ ਤੋੜ ਲੱਗੇ ਜਵਾਬ ਤਾਂ ਦੇ ਲੈਣਾ ਅਸੀਂ ਜਵਾਬ ਨਹੀਂ ਹੁਣ ਇਹਨੂੰ ਆਪਾਂ ਤੋੜੀਏ। ਤੁਹਾਨੂੰ ਰਿਕੁਐਸਟ ਹੈ ਵੀ ਤੁਹਾਡੀ ਪਾਰਟੀ ਨੇ ਵੀ ਡਿਸੀਜਨ ਲਿਆ ਕਿ ਅਸੀਂ ਜਿਹੜਾ ਆਫੀਸ਼ੀਅਲ ਜਵਾਬ ਨਹੀਂ ਲੈਣਾ ਤੁਸੀਂ ਪਾਰਟੀ ਛੱਡ ਦਿਓ ਤੁਸੀਂ ਜਵਾਬ ਨਹੀਂ ਦਿਓ ਜੇ ਕਿਸਾਨ ਵਿਰੋਧੀ ਹੈ ਇਹ ਕਲੀਅਰ ਹੋ ਗਿਆ ਵੀ ਗੇਟ ਤੇ ਸਾਈਨ ਕਰਨ ਵਾਲੀ ਕਾਂਗਰਸ ਔਰ ਉਹਨੂੰ ਲਾਗੂ ਕਰਨ ਵਾਲੀ ਬੀਜੇਪੀ ਵਿਰੋਧੀ ਹੈ। ਜੇ ਰਾਜਾ ਕਿਸਾਨ ਹਦਾਇਤੀ ਆ ਸਾਡੇ ਨਾਲ ਵਾਅਦਾ ਕਰਕੇ ਜਾਵੇ ਵੀ ਮੈਂ ਇਹ ਪਾਰਟੀ ਛੱਡੂਗਾ ਮੈਂ ਕਿਸਾਨਾਂ ਦੇ ਨਾਲ ਖੜਾ ਇਹ ਤੁਰ ਜਾਣ ਦੇਣਾ ਕਰੇ ਵਾਅਦਾ ਇੱਧਰ ਸੁਣਿਆ ਮੀਡੀਆ ਸਾਨੂੰ ਭਾਈ ਯਾਰ ਬੱਚੇ ਰਹਿ ਹੋਣਾ ਮਾੜਾ ਜਾ ਮੈਂ ਕਿਸੇ ਦੇ ਕਹਿਣ ਦੇ ਨਾਲ ਭਾਵੇਂ ਇਹ ਤਾਂ ਬਾਈ ਜੀ ਹੈ ਮੇਰੇ ਸਤਿਕਾਰਯੋਗ ਹੈ ਮੈਨੂੰ ਮੇਰੀ ਘਰ ਵਾਲੀ ਵੀ ਕਹਦੇ ਪਾਰਟੀ ਛੱਡਣ ਨੂੰ ਨਹੀਂ ਛੱਡਾਂਗਾ। ਨੰਬਰ 1 ਅਗਲੀ ਗੱਲ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਸੀ। ਕੀ ਹੋਇਆ ਕਿ 31000 ਕਰੋੜ ਰੁਪਇਆ ਅਸੀਂ ਵੇਖਿਆ ਸੀ ਸਾਡੇ ਸਿਸਟਮ 'ਚ ਪਿਆ ਹੈ ਤੇ ਕੁਝ ਪੈਸਾ ਜਿਹੜਾ 16000 ਕਰੋੜ ਰੁਪਇਆ ਹੈ ਅਸੀਂ 46000 ਕਰੋੜ ਰੁਪਏ ਦੇ ਨਾਲ ਕਰਜ਼ੇ ਮਾਫ ਸਾਰੇ ਕਰ ਦੇਣੇ ਸੀ। ਬਟ ਵਾਟ ਹੈਪਨ ਆਲ ਆਫ ਸਡਨ ਸਰਕਾਰ ਸਾਡੀ ਗਿਣਤੀ ਹੋ ਗਈ ਅਸੀਂ ਜਿੱਤ ਗਏ ਲੇਕਿਨ ਇਸ ਦੇ ਬਾਵਜੂਦ ਸੰਵਿਧਾਨ ਹੈ ਕਿ 10-15 ਦਿਨ ਮੁੱਖ ਮੰਤਰੀ ਸਰਦਾਰ ਬਾਦਲ ਰਿਹਾ ਜਿੰਨੇ ਚਿਰ ਸਹੁੰ ਨਹੀਂ ਚੱਕੀ ਦੀ ਸੀ। ਉਹਨਾਂ ਨੇ 31000 ਕਰੋੜ ਤੇ ਸੈਂਟਰ ਨੂੰ ਜਿਹੜਾ ਪੁਰਾਣਾ ਕੋਈ ਬਕਾਇਆ ਖੜਾ ਸੀ ਫੂਡ ਦਾ ਉਹਨਾਂ ਨੇ ਝਰੀਟ ਮਾਰਤੀ। ਸਾਡੇ ਖਜ਼ਾਨੇ ਚੋਂ 31000 ਕਰੋੜ ਰੁਪਇਆ ਸ਼ਿਫਟਡ ਟੂ ਦਿੱਲੀ। ਉਹਨਾਂ ਦੇ ਮਨ 'ਚ ਵਹਿਮ ਸੀ ਕਿ ਕਿਤੇ ਕਾਂਗਰਸ ਆ ਕੇ ਸਾਰਾ ਕਰਜ਼ਾ ਮਾਫ ਕਰ ਦੂਗੀ ਤਾਂ ਕਿਸਾਨ ਨੇ ਜ਼ਿੰਦਗੀ ਭਰ ਹਿੱਲਣਾ ਨਹੀਂ। ਉਸ ਤੋਂ ਬਾਅਦ ਸਾਡੇ ਖਜ਼ਾਨੇ 'ਚ ਜਿੰਨਾ ਕਮਾਲ ਸੀ ਪਹਿਲਾਂ ਕੇਂਦਰ ਵਿੱਚ ਅੱਜ ਤੱਕ ਬੜੀਆਂ ਸਰਕਾਰਾਂ ਬਣੀਆਂ ਕੇਂਦਰ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਬੜੀਆਂ ਸਰਕਾਰਾਂ ਬਣੀਆਂ ਲੇਕਿਨ ਇੱਕੋ ਇੱਕ ਕਾਂਗਰਸ ਪਾਰਟੀ ਦੀ ਸਰਕਾਰ ਸੀ ਡਾਕਟਰ ਮਨਮੋਹਨ ਸਿੰਘ 30000 ਕਰੋੜ ਰੁਪਇਆ ਉਹਨੇ ਪੰਜਾਬ ਦਾ ਮਾਫ ਕੀਤਾ ਸੀ। ਕੋਈ ਔਨ ਰਿਕਾਰਡ ਕੋਈ ਹੋਰ ਸਰਕਾਰ ਨੂੰ ਆਦੋ ਜਿੰਨਾ ਵੀ ਤਿਲਫੁਲ ਕੀਤਾ ਅਸੀਂ ਇਸ ਗੱਲ ਦੀ ਮਾਫੀ ਮੰਗਦੇ ਹਾਂ ਜਿੰਨਾ ਕਿਹਾ ਨਹੀਂ ਕੀਤਾ ਸਾਨੂੰ ਜੇ ਸਾਡੇ ਕੋਲੇ ਸਮਾਨ ਜਿਹੜਾ ਤੁਸੀਂ ਕੈਲਕੂਲੇਸ਼ਨ ਸਹੀ ਸੀ ਜਿਹੜੀ ਚੋਣ ਮੈਨੀਫੈਸਟੋ ਚ ਆਈ ਸੋ ਕੈਲਕੂਲੇਸ਼ਨ ਸਹੀ ਸੀ ਜਿਹੜਾ ਤੁਸੀਂ ਹੁਣ ਅਗਲਾ ਪੈਸੇ ਦੀ ਗੱਲ ਕਹਿੰਦੇ ਮੰਗ ਰੱਖਾਂਗੇ ਬਿਲਕੁਲ ਮੰਗ ਰੱਖਾਂਗੇ ਬਿਲਕੁਲ ਮੰਗ ਰੱਖਾਂਗੇ। ਤੁਸੀਂ ਕੀ ਵਾਅਦਾ ਕਰ ਰਹੇ ਸਾਡੇ ਨਾਲ ਕਰੋਗੇ ਯਾਰ ਸਾਡੇ ਕੋਲੇ ਅੰਕੜੇ ਨਹੀਂ ਤੁਹਾਡੇ ਕੋਲੇ ਸਾਰੇ ਅੰਕੜੇ ਮਨਪ੍ਰੀਤ ਤੁਹਾਡਾ ਜਿਹੜਾ ਖਜ਼ਾਨਾ ਮੰਤਰੀ ਆ ਅੱਜ ਕਹਿਣਾ ਅਸੀਂ ਇਹ ਚਾਹੁੰਦੇ ਆ ਵੀ ਸਾਡਾ ਜਿਹੜਾ ਸੰਯੁਕਤ ਮੋਰਚੇ ਵੱਲੋਂ ਸਿਆਸੀ ਲੋਕਾਂ ਨਾਲ ਜਿਹੜੀ ਗੱਲਬਾਤ ਹੋਈ ਸੀ ਉਹਦੇ ਵਿੱਚ ਇਹ ਆਈ ਸੀ ਜਿਹੜੀ ਚੰਡੀਗੜ੍ਹ ਕਾਨਫਰੰਸ ਹੋਈ ਸੀ ਇਹਨਾਂ ਨਾਲ ਸਾਡੀ ਗੱਲਬਾਤ ਹੋਈ ਸੀ ਉਹਦੇ ਵਿੱਚ ਇਹਨਾਂ ਨੂੰ ਇਹ ਕਿਹਾ ਗਿਆ ਸੀ ਵੀ ਤੁਸੀਂ ਕੋਈ ਵੀ ਕਾਫਲਾ ਨਹੀਂ ਕੱਢੋਗੇ ਤੁਸੀਂ ਕੋਈ ਆਪਦਾ ਚੋਣ ਪ੍ਰਚਾਰ ਨਹੀਂ ਸ਼ੁਰੂ ਕਰੋਗੇ ਜੇ ਕਿਤੇ ਮਰਗ ਹੁੰਦੀ ਉੱਥੇ ਜਾ ਸਕਦੇ ਹੋ ਜੇ ਕਿਤੇ ਖੁਸ਼ੀ ਉੱਥੇ ਜਾ ਸਕਦੇ ਹੋ ਜੇ ਕਿਤੇ ਤੁਸੀਂ ਹੋਰ ਕੋਈ ਵਿਕਾਸ ਦਾ ਕੰਮ ਕਰਨਾ ਉੱਥੇ ਕੋਈ 1-2 ਗੱਡੀਆਂ ਲੈ ਕੇ ਐਮਐਲਏ ਐਮਪੀ ਜਾ ਸਕਦਾ ਹੈ ਅਸੀਂ ਵਿਰੋਧ ਨਹੀਂ ਕਰਾਂਗੇ ਪਰ ਇਹ ਇੱਕ ਇਸ ਆੜ 'ਚ ਵੀ ਮੈਂ ਇੱਥੇ ਮੱਥਾ ਟੇਕਣਾ ਉੱਥੇ ਟੇਕਣਾ ਮੰਤਰੀ ਬਣ ਕੇ ਆਇਆ ਪਰ ਇਹਨੇ ਕਾਫਲਾ ਕਰਕੇ ਆਪਦਾ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਜੇ ਇਹਨਾਂ ਦੀ ਸ਼ਕਤੀ ਇੰਨੀ ਆ ਤੇ ਕਾਨੂੰਨ ਰੱਦ ਕਰਾ ਕੇ ਲਿਆਉਣ ਜਾਣ ਖਾ ਦਿੱਲੀ ਇਹਨੂੰ ਬੈਠੇ ਜਾ ਕੇ ਮੰਤਰੀ ਉੱਥੇ ਬੈਠੇ ਸੰਸਦ ਦੇ ਸਾਹਮਣੇ ਬੈਠੇ ਕਹੇ ਉਹਨਾਂ ਚਿਰ ਆਉਂਦੇ ਨਹੀਂ ਜਿੰਨਾ ਚਿਰ ਰੱਦ ਨਹੀਂ ਹੁੰਦੇ ਡਰਾਮੇ ਕਿਉਂ ਕਰਦੇ ਆ ਡਰਾਮੇ ਕਰ ਕਰਕੇ ਇਹਨਾਂ ਨੇ ਸਾਡੇ ਗਲ 'ਚ ਫਾਂਸੀ ਦਾ ਰੱਸਾ ਪਾਤਾ ਇਹ ਆਰਡੀਨੈਂਸ ਪਹਿਲੀ ਰਾਜਾ ਵਿਣਕ ਨੂੰ ਸਾਡਾ ਇਹ ਸਵਾਲ ਹੋਊਗਾ ਤੁਸੀਂ ਵੀ ਪੁੱਛ ਲਿਓ ਹੁਣ ਤੁਸੀਂ ਵੀ ਉਹਦੇ ਅੱਗੇ ਜਾਣਾ ਹੈ ਉਹ ਤੋਂ ਸਵਾਲ ਪੁੱਛਣੇ ਆ ਪਹਿਲਾ ਸਾਡਾ ਕਾਂਗਰਸ ਦੇ ਇਸ ਮੰਤਰੀ ਨੂੰ ਇਹ ਸਵਾਲ ਆ ਵੀ ਤੁਸੀਂ ਕਹਿੰਦੇ ਹੋ ਜੇ ਗੈਟ ਮਾੜਾ ਹੈ ਤਾਂ ਜੇ ਗੈਟ ਮਾੜਾ ਹੈ ਕਿਸਾਨ ਵਿਰੋਧੀ ਹੈ ਤਾਂ ਤੁਹਾਡੀ ਪਾਰਟੀ ਲੈ ਕੇ ਆਈ ਆ ਜਿਹੜੀ ਪਾਰਟੀ ਕਿਸਾਨ ਵਿਰੋਧੀ ਇੱਕ ਲੈ ਕੇ ਆਈ ਆ ਇਹ ਦਸਤਾਵੇਜ਼ ਗੈਟ ਤੇ ਸਾਈਨ ਕੀਤੇ ਆ ਤਾਂ ਜੇ ਰਾਜਾ ਵਿਣਕ ਕਿਸਾਨ ਹਦਾਇਤੀ ਆ ਉਹ ਪਾਰਟੀ ਛੱਡ ਦੇਵੇ ਰਾਜਾ ਵਿਣਕ ਨੇ ਤਾਂ ਇਹ ਵੀ ਕਿਹਾ ਕਿ ਜਿਹੜੇ ਸ਼ਹੀਦ ਹੋਏ ਕਿਸਾਨਾਂ ਨੂੰ ਨੌਕਰੀਆਂ ਦੇ ਪੱਤਰ ਵੀ ਦੇ ਕੇ ਆਵਾਂਗੇ ਵੇਖੋ ਸ਼ਹੀਦਾਂ ਨੂੰ ਦਿੱਤੇ ਧੰਨਵਾਦ ਜਿਹੜਾ ਕਰ ਰਿਹਾ ਸ਼ਹੀਦਾਂ ਨੂੰ ਧੰਨਵਾਦ ਜਿਹੜਾ ਕਰ ਰਿਹਾ ਇਹ ਐਵੇਂ ਕਹਿਣਗੇ ਵੀ ਇਹ ਸ਼ਹੀਦ ਹੋਏ ਜਿਹੜੇ ਇਹਨਾਂ ਦਾ ਕਾਤਲ ਆ ਜਿਹੜਾ ਮੋਦੀ ਆ ਅਸੀਂ ਕਹਿੰਦੇ ਆ ਵੀ ਸ਼ਹੀਦਾਂ ਦਾ ਕਾਤਲ ਮੋਦੀ ਆ ਪਰ ਦੂਜੇ ਪਾਸੇ ਸਵਾਲ ਤਾਂ ਇਹ ਵੀ ਪੈਦਾ ਹੋ ਗਿਆ ਨਾ ਜੇ ਸ਼ਹੀਦਾਂ ਦਾ ਜਿਹੜੇ ਕਿਸਾਨ ਸ਼ਹੀਦ ਆ ਉਹਨਾਂ ਦਾ ਕਾਤਲ ਮੋਦੀ ਹੈ ਤਾਂ ਜਿਹੜੇ ਸਿੱਖ ਸ਼ਹੀਦ ਹੋਏ ਆ 84 ਵੇਲੇ ਉਹਨਾਂ ਦੀ ਕਾਤਲ ਇੰਦਰਾ ਗਾਂਧੀ ਆ ਰਾਜੇ ਨੇ ਇਹ ਵੀ ਸੋਚ ਲੈਣਾ ਚਾਹੀਦਾ ਮੈਨੂੰ ਇਹ ਪਾਰਟੀ ਜੁਆਇਨ ਨਹੀਂ ਕਰਨੀ ਚਾਹੀਦੀ ਸੀ ਮੈਨੂੰ ਇਸ ਪਾਰਟੀ ਦੇ ਵਿੱਚ ਅਮਰਿੰਦਰ ਸਿੰਘ ਬਾਰੇ ਕੀ ਕਹੋਗੇ ਉਹ ਜਿਹੜੇ ਹੈਗੇ ਅਮਿਤ ਸ਼ਾਹ ਨੂੰ ਮਿਲੇ ਨੇ
ਵੇਖੋ ਅਮਿਤ ਸ਼ਾਹ ਨੂੰ ਮਿਲਿਓ, ਇਹ ਤਾਂ ਫਸਲੀ ਬਟੇਰੇ ਹੁੰਦੇ ਆ ਸਿਆਸੀ ਜਿਹੜੇ। ਅਸਲ ਦੇ ਵਿੱਚ ਇਹ ਸਿਆਸੀ ਆ ਜਿਹੜੇ, ਇਹ ਕਾਰਪੋਰੇਟ ਘਰਾਣਿਆਂ ਦੇ ਦਲਾਲ ਹੁੰਦੇ ਆ। ਜਿਹੜੇ ਪਾਸਿਓਂ ਵੱਧ ਦਲਾਲੀ ਮਿਲੂ ਇਹਨਾਂ ਨੇ ਉਸੇ ਪਾਸੇ ਜਾਣਾ। ਜਿਵੇਂ ਨਵਜੋਤ ਸਿੱਧੂ ਇੱਧਰ ਟਪੂਸੀ ਮਾਰ ਕੇ ਆ ਗਿਆ, ਦੂਜਾ ਇੱਧਰ ਜਾਊਗਾ। ਦਲਾਲ ਨੇ ਦਲਾਲੀ ਦਾ ਕੰਮ ਕਰਨਾ। ਜਿੱਥੇ ਸੌਦਾ ਉਹਨੂੰ ਚੰਗਾ ਲੱਗੂਗਾ, ਜਿਹੜੇ ਸੌਦੇ 'ਚੋਂ ਵੱਧ ਨਫਾ ਮਿਲੂਗਾ, ਦਲਾਲ ਉੱਧਰ ਜਾਣਗੇ। ਕੈਪਟਨ ਵੀ ਦਲਾਲ ਆ, ਰਾਜਾ ਵੀ ਦਲਾਲ ਆ, ਸਿੱਧੂ ਵੀ ਦਲਾਲ ਆ। ਇਹ ਕਾਰਪੋਰੇਟ ਘਰਾਣਿਆਂ ਦੇ ਦਲਾਲ ਆ। ਦਲਾਲ 'ਚ ਤਿੰਨ ਦੱਦੇ, ਇੱਕ ਦੱਦਾ ਤੇ ਦੋ ਲੱਲੇ ਲੱਗਦੇ ਆ। ਜੇ ਇੱਕ ਲੱਲਾ ਹਟਾ ਕੇ ਦੱਦਾ ਲਾ ਦੀ ਤੇ ਉਹ ਤੁਸੀਂ ਵੇਖ ਲਓ ਕੀ ਬਣਦਾ।